ਜੀ। ਤੇ ਟਰੰਪ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਭਈ ਜਿਹੜੀ ਆਊਟਸੋਰਸਿੰਗ ਨੂੰ ਲੈ ਕੇ ਹੋਰ ਬਹੁਤ ਕੁਛ ਆਪਾਂ ਕੱਲ੍ਹ ਵੀ ਜਿਹੜਾ ਡਿਸਕਸ ਕੀਤਾ ਸੀ ਵੀ ਬਹੁਤ ਘੱਟ ਲੋਕ ਅੰਡਰਸਟੈਂਡ ਕਰਦੇ ਆ ਵੀ ਕਿਸ ਤਰ੍ਹਾਂ ਬਹੁਤ ਵੱਡਾ ਜਿਹੜਾ ਬਿਜ਼ਨਸ ਆ, ਉਹ ਇੰਡੀਆ ਦੇ ਕੁਛ ਕੁ ਬ੍ਰਾਹਮਣ ਲੋਕਾਂ ਦੇ ਹੱਥ ਦੇ ਵਿੱਚ ਹੈਗਾ ਆ। ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਹੋ ਰਿਹਾ ਹੈਗਾ। ਉਸ ਤੋਂ ਬਾਅਦ ਲੌਰਾ ਇੰਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਫੌਕਸ ਚੈਨਲ ਦੇ ਉੱਤੇ ਹੁੰਦੀ ਆ। ਟਰੰਪ ਉਹਨਾਂ ਦੀ ਬੜੀ ਵੱਡੀ ਸਪੋਰਟਰ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਉਹ ਬਿਲਕੁਲ ਸਹੀ ਹੈਗੀ ਆ ਤੇ ਸਾਨੂੰ ਸਾਰੀਆਂ ਹੀ ਆਊਟਸੋਰਸਿੰਗ ਜੋ ਅਮਰੀਕਾ ਦੀਆਂ ਜੌਬਸ ਹੈਗੀਆਂ ਇੰਡੀਆ ਦੇ ਵਿੱਚ, ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈਗਾ। ਐਂਡ ਵੀ ਸ਼ੁੱਡ ਐਂਡ ਆਲ ਆਊਟਸੋਰਸਿੰਗ ਆਫ ਅਮਰੀਕਨ ਜੌਬਸ ਟੂ ਇੰਡੀਆ ਰਿਕਰੂਟਿੰਗ ਫਰਮਸ ਜਿਹੜੀਆਂ ਇੰਡੀਆ ਦੀਆਂ ਰਿਕਰੂਟਿੰਗ ਫਰਮਸ ਹੈਗੀਆਂ ਆਊਟਸੋਰਸਿੰਗ ਨੂੰ। ਪਿਛਲੇ ਦਿਨਾਂ 'ਚ ਟਰੱਕਿੰਗ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਐਕਸੀਡੈਂਟ ਹੋਇਆ ਸੀ, ਉਹ ਤੋਂ ਬਾਅਦ ਵੀ ਸਟੇਟਮੈਂਟ ਆਈ ਸੀ ਵੀ ਦੇਖੋ ਵੀ ਕਿਸ ਹਿਸਾਬ ਦੇ ਨਾਲ ਟਰੱਕਰ ਜਿਹੜੇ ਟਰੱਕ ਚਲਾ ਰਹੇ ਤੇ ਇਹਨਾਂ ਦੀ ਜਿਹੜੇ ਡਿਸਪੈਚਿੰਗ ਆ, ਉਹ ਵੀ ਇੰਡੀਆ ਤੋਂ ਹੋ ਰਹੀ ਹੈਗੀ ਆ। ਸੋ ਉਹਨਾਂ ਨੂੰ ਸਭ ਪਤਾ ਆ, ਹੁਣ ਪੂਰਾ ਇਹ ਐਕਸਪੋਜ਼ ਹੋਇਆ ਹੈਗਾ। ਸੋ ਇੰਡੀਆ ਦੇ ਦੁਆਲੇ ਹੁਣ ਅਮਰੀਕਾ ਵਾਲਿਆਂ ਨੇ ਹੋਰ ਵੀ ਹੋਣਾ ਹੈਗਾ ਆ ਤੇ ਬਿਲਕੁਲ। ਜੀ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਜਿਹੜੀਆਂ ਚੀਜ਼ਾਂ ਇੰਡੀਆ ਦੀਆਂ ਇੱਥੇ ਆਉਣੀਆਂ ਆ, ਉਹ ਨੈਚੁਰਲੀ ਫਿਰ ਹੁਣ ਕਾਫੀ ਮਹਿੰਗੀਆਂ ਹੋ ਗਈਆਂ। ਆਲਰੇਡੀ ਉਹਦਾ ਅਸਰ ਪੈਣਾ ਸ਼ੁਰੂ ਹੋ ਗਿਆ ਹਰਜੋਤ ਸਿੰਘ ਕਹਿੰਦੇ। ਜੀ, ਇਹਦੇ ਵਿੱਚ ਦੱਸਦੇ ਜਾਈਏ ਵੀ ਇੰਡੀਆ ਦੇ ਜਿਹੜੇ ਐਕਸਪੋਰਟਰ ਆ, ਉਹ ਟੈਰਿਫ ਤੋਂ ਬਚਣ ਖਾਤਰ ਪਤਾ ਕਿੱਧਰ ਨੂੰ ਜਾ ਰਹੇ ਆ, ਜਿਨ੍ਹਾਂ ਦੇ ਮੁਲਕ ਦੇ ਲੋਕਾਂ ਨੂੰ ਇੱਥੇ ਵੜਨ ਨਹੀਂ ਦਿੰਦੇ। ਜੀ, ਬੰਗਲਾਦੇਸ਼ ਦੇ ਵਿੱਚ ਇਹ ਲੋਕੇਟ ਹੋਣ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਅਸੀਂ ਜਿਹੜੇ ਟੈਰਿਫ ਤੋਂ ਬਚ ਜਾਈਏ, ਜਿਹੜਾ 50% ਸਾਡੇ ਤੇ ਲੱਗ ਰਿਹਾ। ਸੋ ਜੀ, ਇੰਡੀਆ ਦੇ ਇੰਨੇ ਮਾੜੇ ਜਿਹੜੇ ਹਾਲਾਤ ਆ, ਆਪਾਂ ਅਵਤਾਰ ਸਿੰਘ ਜੀ ਦੇ ਨਾਲ ਕਿੰਨੀ ਵਾਰੀ ਗੱਲ ਕੀਤੀ, ਉਹਨਾਂ ਨੇ ਕਲੀਅਰਲੀ ਜਿਹੜਾ ਉਹ ਦੱਸਿਆ ਵੀ ਇੰਡੀਆ ਦਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਆ, ਉਹ ਵਿਚਾਲੇ ਜਿਹੜੇ ਬੈਠੇ ਹੁੰਦੇ ਆ, ਉਹ ਟਰੇਡਰ ਜਿਹੜੇ ਦੇ ਤੌਰ ਦੇ ਉੱਤੇ ਆ। ਬਣਦੇ ਬਣਾਉਂਦੇ ਉੱਥੇ ਘੱਟ ਆ, ਇੱਧਰੋਂ ਚੱਕਿਆ ਸਮਾਨ ਵਿੱਚ ਉੱਤੇ ਆਪਣੀ ਜਿਹੜੀ ਮੋਹਰ ਲਾਈ ਤੇ ਅੱਗੇ ਜਿਹੜੀ ਉਹ ਵੇਚਣ ਵਾਲੀ ਗੱਲ ਜਿਹੜੀ ਉਹ ਕਰ ਦਿੰਦੇ ਆ। ਸੋ ਉਹ ਹੁਣ ਉਸ ਚੀਜ਼ ਤੋਂ ਬਚਣ ਖਾਤਰ ਬੰਗਲਾਦੇਸ਼ ਨੂੰ ਜਿਹੜਾ ਕਹਿੰਦੇ ਵੀ ਉਹ ਜਾਣ ਦੇ ਲਈ ਕਾਲੇ ਜਿਹੜੇ ਉਹ ਪਏ ਆ। ਸੋ ਟਰੰਪ ਉਹਨਾਂ ਦਾ ਜਿਹੜਾ ਬਿਆਨ ਆ ਵੀ ਟੋਟਲੀ ਵਨ ਸਾਈਡਡ ਡਿਜ਼ਾਸਟਰ ਆ। ਜਦੋਂ ਹੁਣ ਮੋਦੀ ਚਾਈਨਾ ਨੂੰ ਜਦੋਂ ਗਿਆ ਹੈਗਾ ਆ, ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਬਹੁਤ ਘੱਟ ਲੋਕ ਜਿਹੜਾ ਸਮਝਦੇ ਆ ਵੀ ਬਿਜ਼ਨਸ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਯੂਐਸ ਦੇ ਵਿੱਚ ਕਹਿੰਦੇ ਵੀ ਉਹ ਟਰਮੈਂਡਸ ਅਮਾਊਂਟ ਆਫ ਬਿਜ਼ਨਸ ਜਿਹੜਾ ਉਹ ਕਰਦੇ ਨੇ। ਕਹਿੰਦੇ ਵੀ ਉਹਨਾਂ ਦਾ ਸਮਾਨ ਬਹੁਤ ਜ਼ਿਆਦਾ ਇੱਥੇ ਆਉਂਦਾ ਆ। ਅਸੀਂ ਉਹਨਾਂ ਦੇ ਬਿਗੇਸਟ ਜਿਹੜੇ ਉਹ ਕਲਾਇੰਟ ਆ ਤੇ ਸਾਨੂੰ ਸੈੱਲ ਕਹਿੰਦੇ ਵੀ ਉਹ ਕੁਛ ਵੀ ਨਹੀਂ ਕਰਨ ਦਿੰਦੇ ਉੱਥੇ। ਸੋ ਵਨ ਸਾਈਡਡ ਰਿਲੇਸ਼ਨਸ਼ਿਪ ਆ। ਪਿਛਲੇ ਕਈ ਦਹਾਕਿਆਂ ਤੋਂ ਇਸੇ ਤਰੀਕੇ ਦੇ ਨਾਲ ਉਹ ਚੱਲ ਰਿਹਾ ਆ ਤੇ ਰੀਜ਼ਨ ਜਿਹੜਾ ਇੰਡੀਆ ਨੇ ਜਿਹੜਾ ਉਹ ਚਾਰਜ ਕਰ ਰਹੇ ਆ ਅੰਟਿਲ ਨਾਓ ਵੀ ਸਾਡੇ ਤੇ ਬਹੁਤ ਜ਼ਿਆਦਾ ਜਿਹੜੇ ਉਹਨਾਂ ਨੇ ਟੈਰਿਫ ਜਿਹੜੇ ਉਹ ਲਾਏ ਆ ਆਊਟ ਆਫ ਐਨੀ ਅਦਰ ਕੰਟਰੀ। ਮੋਸਟ ਆਫ ਦਾ ਕੰਟਰੀਜ਼ ਦੇ ਨਾਲੋਂ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਟੈਰਿਫ ਆ ਉਹ ਲਾਉਂਦੇ ਆ। ਸੋ ਤੇਲ ਵਾਲੀ ਗੱਲ ਜਿੱਦਾਂ ਤੁਸੀਂ ਦੱਸੀ ਆ, ਸੋ ਕਹਿੰਦੇ ਵੀ ਲੋਕਾਂ ਨੂੰ ਇਸ ਦੇ ਉੱਤੇ ਜਿਹੜੀ ਉਹ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ। ਪੁਤਿਨ ਦੇ ਨਾਲ ਗੱਡੀਆਂ ਦੇ ਵਿੱਚ ਤਾਂ ਜਿਹੜਾ ਉਹ ਬਹਿ ਲੂਗਾ, ਪਰ ਹਰਜੋਤ ਸਿੰਘ ਜੀ, ਚਾਈਨਾ ਵਾਲੇ ਕਿਹੜੇ ਨਿਆਣੇ ਆ ਜਿਨ੍ਹਾਂ ਨੇ ਉਹਨਾਂ ਦੀ ਥਾਂ ਇੰਨੀ ਦੱਬੀ ਆ। ਉਹਨਾਂ ਨੂੰ ਪਤਾ ਵੀ ਮੋਦੀ ਹੁਣ ਗੋਡਿਆਂ ਭਾਰ ਹੋ ਕੇ ਸਾਡੇ ਕੋਲ ਆਇਆ ਆ ਤੇ ਉਹਨਾਂ ਨੇ ਕਿਹੜਾ ਛੱਡਣਾ ਆ। ਸੋ ਇਹ ਚਾਈਨਾ ਵਾਲਿਆਂ ਨੂੰ ਵੀ ਪਤਾ ਵੀ ਇਸ ਟਾਈਮ ਇੰਡੀਆ ਦੀ ਜਿਹੜੀ ਸਥਿਤੀ ਆ ਉਹ ਕਿੱਦਾਂ ਦੀ ਆ। ਸੋ ਬਾਰ-ਬਾਰ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਵੀ ਇੰਨੀ ਬੇੜੀਆਂ ਦਾ ਸਵਾਰ ਜਿਹੜਾ ਆ, ਉਹ ਬੰਦਾ ਕਈ ਵਾਰੀ ਪਾਰ ਨਹੀਂ ਹੁੰਦਾ, ਉਹ ਡੁੱਬ ਜਾਂਦਾ ਆ। ਸੋ ਮੋਦੀ ਦੀ ਜਿਹੜੀ ਸੋ ਕਾਲਡ ਗੋਦੀ ਮੀਡੀਆ ਦੇ ਜ਼ਰੀਏ ਆਪਣੀ ਜੋ ਉਹਨੇ ਛਵੀ ਬਣਾਈ ਸੀ, ਵਿਸ਼ਵ ਗੁਰੂ ਯੇ ਉਹ ਲਿਫਾਫੇ ਬਣਾ ਉਹਨਾਂ ਨੇ ਜਿਹੜੀ ਇਹ ਉਡਾ ਦਿੱਤੀ। ਉਹ ਕਲੀਅਰ ਜਿਹੜਾ ਉਹ ਕਰ ਦਿੱਤਾ ਵੀ ਸਿਚੁਏਸ਼ਨ ਇਸ ਦੇ ਪੱਲੇ ਕੀ ਆ। ਇੰਡੀਆ ਨੂੰ, ਮੋਦੀ ਨੂੰ ਇਹ ਲੱਗੀ ਜਾਂਦਾ ਸੀਗਾ ਵੀ ਟਰੰਪ ਦੇ ਨਾਲ ਮੇਰੀ ਮਿੱਤਰਤਾ ਬੜੀ ਗੂੜੀ ਆ, ਸੋ ਉਹਦੇ ਚੱਲਦਿਆਂ ਆਪਾਂ ਨੂੰ ਹੋਣਾ ਕੱਖ ਨਹੀਂ ਆ ਵੀ ਮੇਰਾ ਬੈਸਟ ਫਰੈਂਡ ਜਿਹੜਾ ਡੋਨਾਲਡ ਟਰੰਪ, ਜਿੱਦਾਂ ਉਹ ਮੋਦੀ ਦੀ ਜਿਸ ਭਾਸ਼ਾ 'ਚ ਉਹ ਬੋਲਦੀ ਆ ਵੀ ਉਸ ਤਰੀਕੇ ਦੇ ਨਾਲ ਉਹ ਕਹਿੰਦਾ ਸੀ। ਪਰ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਡੋਨਲਡ ਟਰੰਪ ਇੱਕ ਬਿਜ਼ਨਸਮੈਨ ਆ ਤੇ ਉਹ ਹਮੇਸ਼ਾ ਫਾਇਦੇ ਦੀ ਗੱਲ ਨੂੰ ਜਿਹੜਾ ਉਹ ਦੇਖਦਾ। ਤੇ ਨਾਲੇ ਜਿਸ ਏਜੰਡੇ ਦੇ ਉੱਤੇ ਟਰੰਪ ਹੁਣਾਂ ਨੇ ਇਹ ਸੱਤਾ ਹਾਸਲ ਕੀਤੀ ਆ, ਅਮਰੀਕਾ ਫਸਟ ਦੇ ਨਾਂ ਦੇ ਉੱਤੇ, ਉਹ ਉਹਦੇ ਵਿੱਚ ਇੱਦਾਂ ਜਿਹੜੀ ਇੰਡੀਆ ਦੇ ਨਾਲ ਲੀਨੀਅੰਸੀ ਜਿਹੜੀ ਉਹ ਸ਼ੋ ਨਹੀਂ ਕਰ ਸਕਦਾ। ਕਿੱਥੇ ਇੱਕ ਵਕਤ ਸੀਗਾ ਹਰਜੋਤ ਸਿੰਘ ਜੀ ਵੀ ਅਮਰੀਕਾ ਸ਼ਾਇਦ ਸੋਚਦਾ ਸੀਗਾ ਵੀ ਇੰਡੀਆ ਵਾਲੇ ਚਾਈਨਾ ਦੇ ਮੂਹਰੇ ਖੜਨਗੇ, ਪਰ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਵਾਪਰਿਆ ਆ, ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਵੀ ਜਿਹੜਾ ਹੁਣ ਕਲੀਅਰ ਸਮਝ ਆ ਗਿਆ ਵੀ ਇੰਡੀਆ ਨੇ ਤਾਂ ਖੜਨਾ ਕੀ ਆ, ਉਹਨਾਂ ਦੇ ਪੈਰਾਂ 'ਚ ਜਾ ਕੇ ਜਿਹੜੇ ਉਸੇ ਮੁਲਕ ਦੇ
ਮੋਹਰੇ ਜਿਹੜੇ ਉਹ ਪੈਰਾਂ 'ਚ ਬਹਿ ਗਏ ਆ ਵੀ ਹਾਂ ਇਹਨਾਂ ਦੇ ਉੱਤੇ ਅਸੀਂ ਦਾ ਖੇਡਣ ਨੂੰ ਜਿਹੜਾ ਉਹ ਸੋਚਦੇ ਸੀਗੇ, ਪਰ ਇਹ ਤਾਂ ਆਪ ਹੀ ਅੰਦਰੋਂ ਖੋਖਲੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਨਿਕਲੇ ਆ। ਸੋ ਸਿਚੁਏਸ਼ਨ ਆਉਂਦੇ ਦਿਨਾਂ 'ਚ ਹੋਰ ਕਿੱਦਾਂ ਦੀ ਜਿਹੜੀ ਉਹ ਬਣੂਗੀ, ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਜੀ।